ਵੈਲਕਮ ਬੈਕ। ਮੈਂ ਮਨਵੀਰ ਕੌਰ ਹਮੇਸ਼ਾ ਹੀ ਬੁੱਧਵਾਰ ਨੂੰ ਇੱਕ ਵੀਡੀਓ ਲੈ ਕੇ ਆਉਣੀ ਹੈ ਜਿਹੜੀ ਔਰਤਾਂ ਦੇ ਨਾਲ ਕੰਸਰਨਡ ਹੁੰਦੀ ਹੈ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਮਹਿਲਾ ਕਮਿਸ਼ਨ ਬਾਰੇ। ਬੇਸਿਕਲੀ ਇਹ ਵੀਡੀਓ ਐਕਸਪਲੇਨਰ ਹੈ ਜਿਹੜਾ ਤੁਹਾਨੂੰ ਐਕਸਪਲੇਨ ਕਰੇਗਾ, ਇਨਫੋਰਮੇਸ਼ਨ ਦੇਗਾ ਕਿ ਮਹਿਲਾ ਕਮਿਸ਼ਨ ਦੇ ਕੀ ਕੰਮ ਨੇ, ਕਿਹੜੀਆਂ-ਕਿਹੜੀਆਂ ਪਾਵਰਸ ਨੇ ਮਹਿਲਾ ਕਮਿਸ਼ਨ ਦੇ ਵਿੱਚ, ਕਦੋਂ ਸਥਾਪਿਤ ਹੁੰਦਾ ਹੈ, ਕਿੱਥੇ ਜਾ ਕੇ ਮਹਿਲਾ ਕਮਿਸ਼ਨ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਔਰ ਕੀ ਵਾਕਈ ਹੀ ਸਾਨੂੰ ਮਹਿਲਾ ਕਮਿਸ਼ਨ ਦੀ ਜ਼ਰੂਰਤ ਹੈ। 1990 ਦੇ ਵਿੱਚ ਭਾਰਤ ਦੀ ਸਰਕਾਰ ਇੱਕ ਐਕਟ ਲੈ ਕੇ ਆਉਂਦੀ ਹੈ ਜਿਹਦਾ ਨਾਮ ਹੁੰਦਾ ਹੈ ਨੈਸ਼ਨਲ ਕਮਿਸ਼ਨ ਫਾਰ ਵਿਮਨਸ ਐਕਟ। ਉਸ ਕਮਿਸ਼ਨ ਦੇ ਅੰਦਰ, ਉਸ ਐਕਟ ਦੇ ਅੰਦਰ ਕਮਿਸ਼ਨ ਦੀ ਸਥਾਪਨਾ ਹੁੰਦੀ ਹੈ। 1992 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰੀ ਵਿਮਨ ਕਮਿਸ਼ਨ ਸਥਾਪਿਤ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜੇ ਰਾਜ ਨੇ, ਭਾਰਤ ਸਟੇਟ ਦੇ ਅਲੱਗ-ਅਲੱਗ ਰਾਜ ਆ, ਉਹਨਾਂ ਦੇ ਵਿੱਚ ਵੀ ਮਹਿਲਾ ਆਯੋਗ ਦੀ ਸਥਾਪਨਾ ਸਟੇਟ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ 2004 ਦੇ ਵਿੱਚ ਨੋਟੀਫਿਕੇਸ਼ਨ ਪਾਸ ਹੁੰਦਾ ਔਰ 2006 ਦੇ ਵਿੱਚ ਮਹਿਲਾ ਕਮਿਸ਼ਨ ਦੀ ਸਥਾਪਨਾ ਹੁੰਦੀ ਹੈ। ਜਿਹੜੇ ਪੰਜਾਬ ਦਾ ਮਹਿਲਾ ਕਮਿਸ਼ਨ ਹੈ ਇਹਦੇ ਵਿੱਚ 3+1 ਮੈਂਬਰ ਨੇ, ਇੱਕ ਚੇਅਰਮੈਨ ਔਰ ਨਾਲ 3 ਮੈਂਬਰ ਹੋਰ ਹੁੰਦੇ ਨੇ। ਹੁਣ ਜਿਹੜੇ ਇਹ ਮੈਂਬਰ ਨੇ, ਚੇਅਰਮੈਨ ਨੇ, ਇਹਨਾਂ ਦੀ ਨਿਯੁਕਤੀ ਕਿਵੇਂ ਹੁੰਦੀ ਆ? ਆਪਣੇ ਪੰਜਾਬ ਸਰਕਾਰ ਦਾ ਇੱਕ ਡਿਪਾਰਟਮੈਂਟ ਆ ਜਿਹੜਾ ਸੋਸ਼ਲ ਵੈਲਫੇਅਰ ਦਾ ਡਿਪਾਰਟਮੈਂਟ ਆ, ਉਹਨਾਂ ਵੱਲੋਂ ਹੀ ਅਪਾਇੰਟਮੈਂਟ ਕੀਤੀ ਜਾਂਦੀ ਹੈ ਔਰ ਉਹਨਾਂ ਅੰਡਰ ਹੀ ਇਹ ਮੈਨੇਜ ਕੀਤਾ ਜਾਂਦਾ। ਪਰ ਆਪਾਂ ਸਿੱਧੇ ਢੰਗ ਦੇ ਨਾਲ ਇਹ ਸਮਝ ਲਈਏ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹੀ ਇੱਕ ਤਰ੍ਹਾਂ ਦੇ ਨਾਲ ਮਹਿਲਾ ਕਮਿਸ਼ਨ ਦੀ ਸਥਾਪਨਾ, ਇੱਕ ਤਰ੍ਹਾਂ ਉੱਥੇ ਜਿਹੜਾ ਚੇਅਰਮੈਨ ਆ ਉਹਨੂੰ ਉੱਥੇ ਸਥਾਪਿਤ ਕਰਦੀ ਹੈ ਔਰ ਜਿਹੜੇ ਬਾਕੀ ਦੇ ਮੈਂਬਰਸ ਆ ਉਹਨਾਂ ਦੀ ਵੀ ਚੋਣ ਉਹ ਆਪਣੇ ਆਪ ਹੀ ਕਰਦੇ ਆ। ਮਹਿਲਾ ਕਮਿਸ਼ਨ ਇੱਕ ਸਿਚੁਏਟਰੀ ਕਨਸਟੀਟਿਊਸ਼ਨਲ ਬੋਡੀ ਹੈ, ਮਤਲਬ ਕਿ ਸੰਵਿਧਾਨ ਦੇ ਅੰਦਰ ਇਹਨਾਂ ਬੋਡੀਜ਼ ਨੂੰ ਬਣਾਇਆ ਗਿਆ। ਪੰਜਾਬ ਦੇ ਮਹਿਲਾ ਕਮਿਸ਼ਨ ਦੀ ਗੱਲ ਕਰੀਏ ਤਾਂ ਮਹਿਲਾ ਕਮਿਸ਼ਨ ਦੇ ਕੋਲ ਇੰਨੀ ਪਾਵਰ ਹੈ ਕਿ ਜਿਵੇਂ ਇੱਕ ਸਿਵਲ ਕੋਰਟ ਦੇ ਕੋਲ ਹੁੰਦੀ ਹੈ, ਇਸੇ ਕਰਕੇ ਇਹ ਇੱਕ ਕੁਐਸੀ ਜੁਡੀਸ਼ੀਅਲ ਬੋਡੀ ਹੈ। ਸਿਵਲ ਕੋਰਟ ਵਾਂਗੂ ਇਹ ਸਮਨ ਕਰ ਸਕਦੇ ਆ। ਜਿਵੇਂ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਪੰਜਾਬ ਦੇ ਮਹਿਲਾ ਕਮਿਸ਼ਨਰ ਜਿਹੜੇ ਆ ਉਹ ਸਮਨ ਕਰਦੇ ਆ ਜਿਵੇਂ ਫਿਲਮਾਂ ਵਾਲਿਆਂ ਨੂੰ ਜਾਂ ਕਈ ਹੋਰ ਲੋਕਾਂ ਨੂੰ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਔਰਤਾਂ ਦੇ ਖਿਲਾਫ ਕੁਝ ਗਲਤ ਪ੍ਰਚਾਰਿਆ ਜਾ ਰਿਹਾ ਜਾਂ ਗਲਤ ਹੋ ਰਿਹਾ ਆ। ਸੂਓ ਮੋਟੋ ਲੈਣ ਦੀਆਂ ਪਾਵਰਾਂ ਇਸ ਬੋਡੀ ਦੇ ਕੋਲ, ਇਸ ਸੰਵਿਧਾਨਿਕ ਬੋਡੀ ਦੇ ਕੋਲ ਹੈਗੀਆਂ ਆ। ਅੱਗੇ ਗੱਲ ਕਰਦੇ ਹਾਂ ਕਿ ਮਹਿਲਾ ਆਯੋਗ ਦੇ ਕੰਮ ਕੀ ਨੇ। ਮਹਿਲਾ ਆਯੋਗ ਦਾ ਪਹਿਲਾ ਪ੍ਰਾਇਮਰੀ ਕੰਮ ਇਹ ਆ ਟੂ ਸੇਫਗਾਰਡ the rights of women, ਔਰਤਾਂ ਦੇ ਹੱਕਾਂ ਨੂੰ ਬਚਾ ਕੇ ਰੱਖਣਾ, ਪ੍ਰੋਟੈਕਟ ਕਰਨਾ, ਪ੍ਰਮੋਟ ਕਰਨਾ। ਸਭ ਤੋਂ ਵੱਡੀ ਚੀਜ਼ ਇਹ ਹੈ। ਨੰਬਰ 2 ਤੇ ਜਿਹੜਾ ਆਪਣਾ ਵਿਮਨ ਕਮਿਸ਼ਨ ਆ ਉਹ ਸੂਓ ਮੋਟੋ ਨੋਟਿਸ ਲੈਣ ਦੀ ਤਾਕਤ ਰੱਖਦਾ ਔਰ ਸੂਓ ਮੋਟੋ ਨੋਟਿਸ ਲੈਂਦਾ ਵੀ ਆ। ਉਦੋਂ ਸੂਓ ਮੋਟੋ ਨੋਟਿਸ ਲੈਂਦਾ ਜਦੋਂ ਮਹਿਲਾ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਚੀਜ਼ ਔਰਤਾਂ ਦੇ ਖਿਲਾਫ ਜਾ ਰਹੀ ਹੈ, ਸਮੂਹਿਕ ਤੌਰ ਤੇ ਔਰਤਾਂ ਨੂੰ ਇਹ ਚੀਜ਼ ਜਿਹੜੀ ਆ ਨੁਕਸਾਨ ਪਹੁੰਚਾਉਂਦੀ ਹੈ ਜਾਂ ਕਿਸੇ ਇੱਕ ਇੰਡੀਵਿਜੂਅਲ ਔਰਤ ਦੇ ਉੱਤੇ ਬਹੁਤ ਇੱਕ ਤਰ੍ਹਾਂ ਨਾਲ ਜ਼ੁਲਮ ਢਾਇਆ ਜਾ ਰਿਹਾ ਜਾਂ ਉਹਦੇ ਨਾਲ ਗਲਤ ਹੋ ਰਿਹਾ, ਤਾਂ ਉੱਥੇ ਵੀ ਇਹ ਬੋਡੀ ਜਿਹੜੀ ਆ ਸੂਓ ਮੋਟੋ ਨੋਟਿਸ ਲੈਣ ਦਾ ਇਹਦਾ ਕੰਮ ਹੈ ਔਰ ਇਹੀ ਇਹਦੀ ਪਾਵਰ ਹੈ। ਬੇਸਿਕਲੀ ਔਰਤਾਂ ਦੇ ਨਾਲ ਜੁੜੇ ਹੋਏ ਕੋਈ ਵੀ ਇਸ਼ੂ ਹੋ ਗਏ, ਜਿਵੇਂ ਉਹਨਾਂ ਦੇ ਧਰਮ ਦੇ ਵਿੱਚ ਕਿਸੇ ਤਰ੍ਹਾਂ ਔਰਤਾਂ ਨਾਲ ਵਿਤਕਰਾ ਆ ਜਾਂ ਸਮਾਜ ਦੇ ਵਿੱਚ ਕੋਈ ਵਿਤਕਰਾ ਕੀਤਾ ਜਾ ਰਿਹਾ, ਰਾਜਨੀਤੀ 'ਚ ਉਹਨਾਂ ਦੇ ਕੰਮਾਂ ਤੇ ਕੋਈ ਰੇਪ, ਕੋਈ ਐਕਸਪਲੋਇਟੇਸ਼ਨ, ਕੋਈ ਦਾਜ ਕਰਕੇ ਤੰਗ ਕੀਤਾ ਜਾ ਰਿਹਾ ਕਿਸੇ ਔਰਤ ਤੇ, ਡੋਮੈਸਟਿਕ ਵਾਇਲੈਂਸ ਜਾਂ ਕਿਸੇ ਤਰ੍ਹਾਂ ਦੀ ਔਰਤਾਂ ਨੂੰ ਹੈਰਾਸਮੈਂਟ ਫੀਲ ਕਰਨੀ ਪੈ ਰਹੀ ਹੈ ਜਾਂ ਕਿਸੇ ਔਰਤ ਨੂੰ ਬੰਨ੍ਹ ਕੇ ਰੱਖਿਆ ਹੋਇਆ ਉਹਨੂੰ ਰੈਸਕਿਊ ਕਰਾਉਣਾ, ਇਹਨਾਂ ਸਾਰੇ ਮੁੱਦਿਆਂ ਤੇ ਔਰਤਾਂ ਦੀ ਆਵਾਜ਼ ਬਣਨਾ ਮਹਿਲਾ ਕਮਿਸ਼ਨ ਦਾ ਕੰਮ ਹੈ। ਨਾਲ ਹੀ ਮਹਿਲਾ ਕਮਿਸ਼ਨ ਦਾ ਕੰਮ ਇਹ ਹੈ ਰਿਸਰਚ ਐਂਡ ਡਿਵੈਲਪਮੈਂਟ, ਮਤਲਬ ਕਿ ਔਰਤਾਂ ਦੇ ਇਸ਼ੂਜ਼ ਦੇ ਉੱਤੇ ਲਗਾਤਾਰ ਰਿਸਰਚ ਨੂੰ ਪਰਸੂ ਕਰਨਾ ਤੇ ਕਰਵਾਉਣਾ, ਪਲੱਸ ਇਹਦੇ ਵਿੱਚੋਂ ਡਿਵੈਲਪਮੈਂਟਲ ਫਾਈਂਡਿੰਗਸ ਨੂੰ ਲੈ ਕੇ ਇੰਪਲੀਮੈਂਟ ਕਰਨਾ। ਨਾਲ ਹੀ NGOs ਦੇ ਨਾਲ ਜੁੜ ਕੇ ਮਹਿਲਾ ਕਮਿਸ਼ਨ ਦਾ ਕੰਮ ਹੈ ਕਿ ਔਰਤਾਂ ਦੀ ਭਲਾਈ ਦੇ ਲਈ, ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ ਨੂੰ ਅਪਲਿਫਟ ਕਰਨ ਦੇ ਲਈ ਫਰਦਰ ਕੰਮ ਕਰਨੇ। ਨਾਲ ਹੀ ਅਗਰ ਮਹਿਲਾ ਕਮਿਸ਼ਨ ਨੂੰ ਜਿਵੇਂ ਕੋਈ ਰੇਪ ਵਿਕਟਿਮ ਹੈ, ਸੈਕਸ਼ੂਅਲ ਹਰਾਸਮੈਂਟ ਵਿਕਟਿਮ ਹੈ, ਕੋਈ ਵੀ ਔਰਤ ਵਿਕਟਿਮ ਹੈ, ਉਹਨੂੰ ਰੀਹੈਬਲੀਟੇਟ ਕਰਨਾ ਵੀ ਮਹਿਲਾ ਕਮਿਸ਼ਨ ਦੀ ਜ਼ਿੰਮੇਵਾਰੀ ਦੇ ਅਧੀਨ ਆਉਂਦਾ ਹੈ। ਮਹਿਲਾ ਕਮਿਸ਼ਨ ਸੂਓ ਮੋਟੋ ਨੋਟਿਸ ਲੈਣ ਦੀ ਵੀ ਪਾਵਰ ਰੱਖਦਾ ਹੈ ਔਰ ਨਾਲ ਹੀ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਨੇ, ਜਿਹੜੀਆਂ ਗ੍ਰੀਵੈਂਸਸ ਆ, ਉਹਨਾਂ ਨੂੰ ਰਿਡਰੈਸ ਕਰਨਾ ਵੀ ਮਹਿਲਾ ਕਮਿਸ਼ਨ ਦੀ ਇੱਕ ਜ਼ਿੰਮੇਵਾਰੀ ਬਣਦਾ। ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਆਪਣੀ ਜਿਹੜੀ ਰਿਪੋਰਟ ਹੈ ਉਸ ਅਗਰ ਸਟੇਟ ਦਾ ਮਹਿਲਾ ਕਮਿਸ਼ਨ ਹੈ ਤਾਂ ਉਹ ਸਟੇਟ ਦੀ ਸਰਕਾਰ ਨੂੰ ਸਬਮਿਟ ਕਰਦਾ, ਅਗਰ ਸੈਂਟਰ ਦਾ ਨੈਸ਼ਨਲ ਹੈ ਤਾਂ ਸੈਂਟਰ ਦੀ ਸਰਕਾਰ ਨੂੰ ਕਰਦਾ। ਪਲੱਸ ਨਾਲ ਹੀ ਜਦੋਂ ਔਰਤਾਂ ਦੇ ਲਈ ਕੋਈ ਪਾਲਿਸੀ ਬਣਾਉਣੀ ਹੋਵੇ ਸਰਕਾਰਾਂ ਨੇ, ਚਾਹੇ ਸੂਬੇ ਦੀਆਂ ਨੇ ਚਾਹੇ ਸੈਂਟਰ ਦੀਆਂ ਨੇ, ਉਹ ਮਹਿਲਾ ਕਮਿਸ਼ਨ ਇਹਦੇ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ ਪਾਲਿਸੀ ਸ਼ੇਪਿੰਗ ਦੇ ਵਿੱਚ। ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਦਾ ਕੰਮ ਇਹ ਹੈ ਟੂ ਚੈੱਕ ਕਿ ਸਰਕਾਰ ਵੱਲੋਂ ਔਰਤਾਂ ਦੇ ਲਈ ਬਣਾਈਆਂ ਹੋਈਆਂ ਨੀਤੀਆਂ ਚੰਗੀ ਤਰ੍ਹਾਂ ਨਾਲ ਕੰਮ ਕਰ ਵੀ ਰਹੀਆਂ ਨੇ ਕਿ ਨਹੀਂ ਕਰ ਰਹੀਆਂ, ਕੀ ਇਹਦੇ ਨਾਲ ਔਰਤਾਂ ਨੂੰ ਬਣਦਾ ਫਾਇਦਾ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ। ਇਸ ਤੋਂ ਇਲਾਵਾ ਥਾਂ ਤੇ ਕਿਸੇ ਵੀ ਥਾਂ ਤੇ ਜਾ ਕੇ ਇੱਕ ਤਰ੍ਹਾਂ ਦੇ ਨਾਲ ਮਹਿਲਾ ਕਮਿਸ਼ਨ ਚੈਕਿੰਗ ਕਰ ਸਕਦਾ ਜਿੱਥੇ ਔਰਤਾਂ ਹੋਣ ਕਿ ਔਰਤਾਂ ਦੀ ਸਥਿਤੀ ਬਿਲਕੁਲ ਠੀਕ ਹੈ। ਸੋ ਇਹ ਸੀ ਸਾਰੇ ਇੱਕ ਤਰ੍ਹਾਂ ਦੇ ਨਾਲ ਕੰਮ ਜੋ ਮਹਿਲਾ ਕਮਿਸ਼ਨ ਦੇ ਅਧੀਨ ਆਉਂਦੇ ਆ ਔਰ
ਕੁਝ ਪਾਵਰਾਂ ਜੋ ਮਹਿਲਾ ਕਮਿਸ਼ਨ ਨੂੰ ਮਿਲੀਆਂ ਹੋਈਆਂ ਨੇ। ਮਹਿਲਾ ਕਮਿਸ਼ਨ ਇੱਕ ਤਰ੍ਹਾਂ ਨਾਲ ਸਰਕਾਰਾਂ ਦੇ ਅਧੀਨ ਅੰਡਰ ਹੀ ਚੱਲਦਾ ਹੈ, ਸਰਕਾਰ ਵੱਲੋਂ ਹੀ ਫੰਡ ਪ੍ਰੋਵਾਈਡ ਕੀਤਾ ਜਾਂਦਾ। ਬਾਕੀ ਮਹਿਲਾ ਕਮਿਸ਼ਨ NGOs ਦੇ ਨਾਲ ਮਿਲ ਕੇ ਕਾਫੀ ਵੱਡਾ ਦਾਇਰੇ ਤੱਕ ਆਪਣੇ ਕੰਮ ਨੂੰ ਵਧਾ ਸਕਦਾ ਹੈ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਕਿ ਕੀ ਮਹਿਲਾ ਕਮਿਸ਼ਨ ਇਹਨਾਂ ਕੰਮਾਂ ਦੇ ਅਕੋਰਡਿੰਗਲੀ ਸਹੀ ਕੰਮ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ। ਮਹਿਲਾ ਕਮਿਸ਼ਨ ਦੀ ਵਰਕਿੰਗ ਦੇ ਵਿੱਚ ਮੈਂ ਕੁਝ ਕੁ ਪ੍ਰੋਬਲਮਸ ਨੂੰ ਆਬਜ਼ਰਵ ਕੀਤਾ ਹੈ। ਮੈਂ ਉਹੀ ਪ੍ਰੋਬਲਮਸ ਤੁਹਾਡੇ ਅੱਗੇ ਪੁਆਇੰਟ ਦਰ ਪੁਆਇੰਟ ਰੱਖਾਂਗੀ। ਸਭ ਤੋਂ ਪਹਿਲੀ ਗੱਲ ਕਿ ਮਹਿਲਾ ਕਮਿਸ਼ਨਰ ਜਿਹੜੇ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਰਾਜਨੀਤਿਕ ਚੁਆਇਸ ਹੁੰਦੇ ਆ। ਜੋ ਮੌਕੇ ਦੀ ਸਰਕਾਰ ਹੈ, ਜਿਹੜੀ ਸਿਆਸੀ ਪਾਰਟੀ ਦੀ ਸਰਕਾਰ ਹੈ, ਉਹੀ ਸਿਆਸੀ ਪਾਰਟੀ ਦੇ ਵਿੱਚੋਂ ਚੁਣ ਕੇ ਕਿਸੇ ਨੂੰ ਮਹਿਲਾ ਕਮਿਸ਼ਨਰ ਲਾ ਦਿੱਤਾ ਜਾਂਦਾ ਹੈ। ਸੋ ਸਿੱਧੇ ਜਾਂ ਅਸਿੱਧੇ ਤੌਰ ਤੇ ਸਿਆਸੀਕਰਨ ਮਹਿਲਾ ਕਮਿਸ਼ਨਸ ਦਾ ਹੈਗਾ ਆ। ਪੰਜਾਬ ਦੀ ਗੱਲ ਕਰ ਰਹੇ ਹਾਂ ਆਪਾਂ ਸਿਰਫ। ਦੂਸਰੀ ਐਗਜ਼ਾਮਪਲ ਇਹੀ ਹੈ, ਦੂਸਰਾ ਜਿਹੜਾ ਪੁਆਇੰਟ ਹੈ ਉਹ ਵੀ ਇਹੀ ਹੈ ਕਿ ਜਿਹੜੀ ਮਹਿਲਾ ਕਮਿਸ਼ਨ ਹੈ ਉਹਦਾ ਪਹਿਲਾਂ ਤਾਂ ਅਸਿੱਧੇ ਢੰਗ ਦੇ ਨਾਲ ਸਿਆਸੀਕਰਨ ਸੀ, ਪਰ ਹੁਣ ਸਿੱਧੇ ਹੀ ਡਾਇਰੈਕਟ ਢੰਗ ਦੇ ਨਾਲ ਸਿਆਸੀਕਰਨ ਹੋ ਚੁੱਕਾ ਹੈ। ਮਹਿਲਾ ਕਮਿਸ਼ਨ ਇੱਕ ਸੰਵਿਧਾਨਿਕ ਅਹੁਦਾ ਹੈ, ਸੰਵਿਧਾਨਿਕ ਬੋਡੀ ਹੈ। ਆਪਾਂ ਗੱਲ ਕਰ ਚੁੱਕੇ ਹਾਂ। ਸੋ ਸੰਵਿਧਾਨਿਕ ਅਹੁਦੇ ਤੇ ਬਣੇ ਰਹਿਣਾ ਮੇਰੇ ਹਿਸਾਬ ਦੇ ਨਾਲ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜੁੜਿਆ ਹੋਇਆ ਇਨਸਾਨ ਨਹੀਂ ਹੋਣਾ ਚਾਹੀਦਾ ਜਿਹੜਾ ਉਸ ਸੰਵਿਧਾਨਿਕ ਅਹੁਦੇ ਨੂੰ ਸੰਭਾਲੇ। ਜਿਵੇਂ ਕਿ ਆਪਣੇ ਪੰਜਾਬ ਦੇ ਹੁਣ ਜਿਹੜੇ ਮੌਜੂਦਾ ਕਮਿਸ਼ਨਰ ਨੇ, ਵਿਮਨ ਕਮਿਸ਼ਨਰ ਮਨੀਸ਼ਾ ਗੁਲਾਟੀ ਜੀ, ਉਹ ਸਿੱਧੇ ਤੌਰ ਤੇ ਹੀ BJP ਜੁਆਇਨ ਕਰ ਚੁੱਕੇ ਨੇ। 2022 ਦੀਆਂ ਚੋਣਾਂ ਪਿੱਛੇ ਜੇ ਉਹਨਾਂ ਨੇ ਜੁਆਇਨ ਕੀਤਾ। ਸੋ ਇੱਕ ਪਾਰਟੀ ਦੇ ਨਾਲ ਸਿੱਧੇ ਜੁੜੇ ਹੋਏ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਹੋਈ ਐਂਡ ਬਿਲਕੁਲ ਪਬਲਿਕ ਹੋ ਗਿਆ ਸਾਰਾ ਕੁਝ, ਉਹ ਮਹਿਲਾ ਕਮਿਸ਼ਨ ਦੇ ਚੇਅਰਮੈਨ ਬਣੇ ਰਹਿਣਾ ਉਹਨਾਂ ਦਾ ਮੈਨੂੰ ਇੱਥੇ ਇੱਦਾਂ ਲੱਗਦਾ ਕਿ ਇਟ ਇਜ਼ ਪ੍ਰੋਬਲਮੈਟਿਕ। ਇਹ ਚੀਜ਼ ਮਹਿਲਾ ਕਮਿਸ਼ਨ ਦੇ ਕੰਮਕਾਰ ਦੇ ਵਿੱਚ ਵੀ ਹਿੰਡਰੈਂਸ ਕਰੂਗੀ। ਮੈਂ ਇਹਨੂੰ ਥੋੜਾ ਜਿਹਾ ਹੋਰ ਖਿੱਚਣਾ ਚਾਹੁੰਦੀ ਹਾਂ। ਜਦੋਂ ਚਰਨਜੀਤ ਸਿੰਘ ਚੰਨੀ ਸਰਕਾਰ ਸੀ, ਉਸ ਟਾਈਮ ਜੋ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਸ ਟਾਈਮ ਮਹਿਲਾ ਆਯੋਗ ਦੇ ਕਮਿਸ਼ਨਰ, ਇਹੀ ਕਮਿਸ਼ਨਰ ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੈਂ ਫਾਸਟ ਰੱਖਾਂਗੀ ਜਾਂ ਮੈਂ ਕੁਛ ਐਵੇਂ ਕਰਾਂਗੀ, ਕਿਉਂਕਿ ਚੰਨੀ ਸਾਹਿਬ ਜੀ ਤੇ ਮੀ ਟੂ ਮੂਵਮੈਂਟ ਦਾ ਇੱਕ ਕੇਸ ਸੀਗਾ ਜਿਹਦੇ ਤੇ ਇੱਕ ਕੰਮਕਾਜੀ ਮਹਿਲਾ IAS ਆਫੀਸਰ ਸੀ, ਸ਼ਾਇਦ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਮੇਰੇ ਨਾਲ ਸੈਕਸ਼ੂਅਲ ਹਰਾਸਮੈਂਟ ਹੋਈ ਆ ਜਾਂ ਮੈਨੂੰ ਬੈਡ ਜੈਸਚਰਸ ਜਾਂ ਕੁਛ ਇੱਦਾਂ ਦੀਆਂ ਉਹਨਾਂ ਨੇ ਮੀ ਟੂ ਮੂਵਮੈਂਟ ਦੇ ਅੰਦਰ ਆ ਕੇ ਕੁਛ ਇਲਜ਼ਾਮ ਲਾਏ ਸੀ ਚਰਨਜੀਤ ਸਿੰਘ ਚੰਨੀ ਤੇ। ਉਹਦੇ ਤੇ ਮਹਿਲਾ ਕਮਿਸ਼ਨ ਨੇ ਕਿਹਾ ਸੀ ਮੈਂ ਫਾਸਟ ਰੱਖਾਂਗੀ, ਪਰ ਇਹਦੇ ਤੇ ਫਰਦਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਸ ਟਾਈਮ ਰਾਜਨੀਤੀ 'ਚ ਬਹੁਤ ਟਰੈਂਬਲਿੰਗ ਸੀ। ਕੈਪਟਨ ਅਮਰਿੰਦਰ ਸਿੰਘ ਜੀ ਜਾ ਚੁੱਕੇ ਸੀ ਔਰ ਚਰਨਜੀਤ ਸਿੰਘ ਚੰਨੀ ਆਲ ਆਫ ਸਡਨ ਇਟ ਟੁਕ ਐਵਰੀਵਨ ਬਾਈ ਸਰਪ੍ਰਾਈਜ਼ ਕਿ ਉਹਨਾਂ ਨੂੰ CM ਲਗਾ ਦਿੱਤਾ ਗਿਆ ਸੀ। ਸੋ ਉਸ ਟਾਈਮ ਇਸ ਮਹਿਲਾ ਆਯੋਗ ਨੇ ਆਪਣੇ ਇਸ ਮੁੱਦੇ ਨੂੰ ਉਠਾਇਆ, ਜਿਹੜਾ ਮੁੱਦਾ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਸੀ, ਔਰ ਉਸ ਤੋਂ ਬਾਅਦ ਅੱਜ ਫਿਰ ਚੁੱਪ ਨੇ। ਸੋ ਮੈਨੂੰ ਲੱਗਦਾ ਹੈ ਕਿ ਮਹਿਲਾ ਕਮਿਸ਼ਨਰ ਦਾ ਸਿਆਸੀਕਰਨ ਔਰਤਾਂ ਦੇ ਕੌਜ਼ ਦੇ ਲਈ ਚੰਗਾ ਨਹੀਂ ਹੋਏਗਾ। ਇਸੇ ਤੋਂ ਆਪਾਂ ਅਗਲੇ ਪੁਆਇੰਟ ਤੇ ਮੂਵ ਕਰਦੇ ਹਾਂ ਨੰਬਰ 3 ਤੇ, ਕਿ ਜਿਹੜਾ ਮਹਿਲਾ ਕਮਿਸ਼ਨ ਉਹ ਚੁਣ ਕੇ ਮੁੱਦੇ ਰੱਖਦਾ ਹੈ। ਜਿੰਨੇ ਵੀ ਔਰਤਾਂ ਦੇ ਨਾਲ ਜੁੜੇ ਹੋਏ ਇਸ਼ੂਜ਼ ਆ ਉਹਨਾਂ ਦੇ ਵਿੱਚੋਂ ਚੁਣਦੇ ਨੇ ਕਿ ਇਹ ਵਾਲਾ ਮੁੱਦਾ ਹਮ ਉਠਾਏਂਗੇ। ਉਹ ਜਿਹੜੀ ਸਿਲੈਕਟਿਵਿਟੀ ਆ ਉਹ ਕਿਸ ਆਧਾਰ ਤੇ ਕੀਤੀ ਜਾਂਦੀ ਆ, ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਔਰ ਮੈਨੂੰ ਇਸ ਚੀਜ਼ 'ਚ ਵੀ ਇਟਸ ਵੈਰੀ ਹਾਰਡ ਫॉर ਮੀ ਟੂ ਫਾਈਂਡ ਕਿ ਕਿਸ ਪ੍ਰਤੀਕਿਰਿਆ ਦੇ ਵਿੱਚ ਜਾਂ ਕਿਹੜੇ ਆਧਾਰ ਤੇ ਉਹ ਮੁੱਦੇ ਚੁਣਦੇ ਨੇ ਔਰ ਬਾਕੀ ਸ਼ਿਕਾਇਤਾਂ ਜਿਹੜੀਆਂ ਉਹ ਮਹਿਲਾ ਕਮਿਸ਼ਨ ਦੇ ਵਿੱਚ ਲਟਕਦੀਆਂ ਰਹਿ ਜਾਂਦੀਆਂ ਨੇ। ਪੰਜਾਬ ਦੇ ਵਿੱਚ ਇੱਦਾਂ ਦੇ ਬਹੁਤ ਇਸ਼ੂਜ਼ ਆ ਜਿੱਥੇ ਗਾਣਿਆਂ ਦੇ ਵਿੱਚ ਔਰਤਾਂ ਨੂੰ ਬਹੁਤ ਗਲਤ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਗਾਣਿਆਂ ਦੀ ਵੀਡੀਓਜ਼ ਦੇ ਵਿੱਚ ਵੀ ਔਰ ਬੋਲਾਂ ਦੇ ਵਿੱਚ ਵੀ। ਇਸ ਤੋਂ ਇਲਾਵਾ ਬਹੁਤ ਇੱਦਾਂ ਦੇ ਇਸ਼ੂਜ਼ ਹੁੰਦੇ ਆ ਜਿੱਥੇ ਔਰਤਾਂ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ, ਕੰਮਕਾਜੀ ਮਹਿਲਾਵਾਂ ਦੇ ਨਾਲ ਉਹਨਾਂ ਦੇ ਕੰਮ ਵਾਲੇ ਸਪੌਟ ਤੇ ਕਈ ਤਰ੍ਹਾਂ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਜਾਂ ਮੋਬਾਈਲ ਕੋਈ ਬਾਅਦ ਫੋਨ ਕਰਦਾ ਜਾਂ ਕੋਈ ਮੈਸੇਜ ਕਰਦਾ, ਇੱਦਾਂ ਦੀਆਂ ਕੰਪਲੇਂਟਾਂ ਜਿਹੜੀਆਂ ਨੇ ਉਹ ਅੱਗੇ ਆਉਂਦੀਆਂ ਨਹੀਂ ਆ। ਰਾਦਰ ਔਰਤਾਂ ਇਹਨਾਂ ਚੀਜ਼ਾਂ ਤੋਂ ਡਰਦੀਆਂ ਜੌਬ ਛੱਡ ਕੇ ਘਰ ਬਹਿ ਜਾਂਦੀਆਂ ਨੇ। ਇਹ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਰੀਸੈਂਟਲੀ PTC ਚੈਨਲ ਦੇ ਨਾਲ, PTC ਪੰਜਾਬੀ ਚੈਨਲ ਦੇ ਮਿਸ ਪੰਜਾਬਨ ਸ਼ੋਅ ਦੇ ਨਾਲ ਇੱਕ ਬਹੁਤ ਵੱਡੀ ਕੰਟਰੋਵਰਸੀ ਅਰਾਈਜ਼ ਹੋਈ ਕਿ ਕੁੜੀ ਵੱਲੋਂ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਆ। ਉਹਦੇ ਤੇ ਮਹਿਲਾ ਕਮਿਸ਼ਨ ਨੇ PTC ਮਿਸ ਪੰਜਾਬਨ ਦੀਆਂ ਬਾਕੀ ਕੰਟੈਸਟੈਂਟਸ ਜੋ ਉੱਥੇ ਹੈਗੀਆਂ ਆ, ਉੱਥੇ ਜਾ ਕੇ ਇਸ ਕਮਿਸ਼ਨਰ ਨੂੰ ਰੇਡ ਕਰਨੀ ਚਾਹੀਦੀ ਸੀ, ਚੈੱਕ ਕਰਨਾ ਚਾਹੀਦਾ ਸੀ ਕਿ ਕੀ ਉਹ ਔਰਤਾਂ, ਉਹ ਬੱਚੀਆਂ ਉੱਥੇ ਠੀਕ ਨੇ। ਔਰ ਨਾਲ ਹੀ ਜਿਹੜੀ ਕੋਈ ਵੀ ਰੇਪ ਵਿਕਟਿਮ ਹੋਵੇ ਜਾਂ ਕੋਈ ਵੀ ਸੈਕਸ਼ੂਅਲ ਹਰਾਸਮੈਂਟ ਦੀ ਵਿਕਟਿਮ ਹੋਵੇ, ਉਹਨੂੰ ਬੁਲਾ ਕੇ ਜਾਂ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਸਾਈਕੋਲੋਜੀਕਲ ਸਪੋਰਟ ਦੇਣਾ ਮਹਿਲਾ ਕਮਿਸ਼ਨ ਦੀ ਜ਼ਿੰਮੇਵਾਰੀ ਹੋਣਾ ਚਾਹੀਦਾ ਸੀ। NRI ਲਾੜੇ ਸਾਡੀਆਂ ਕੁੜੀਆਂ ਨੂੰ ਵਿਆਹ ਕੇ ਇੱਥੇ ਛੱਡ ਜਾਂਦੇ ਨੇ, ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਵਿੱਚ ਸਾਡੀਆਂ ਕੁੜੀਆਂ ਰੁਲਦੀਆਂ ਫਿਰਦੀਆਂ ਨੇ। ਉਹਨਾਂ ਦੇ ਲਈ ਅਲੱਗ NRI ਵਿੰਗ ਬਣਾ ਦਿੱਤਾ, ਪਰ ਉਹਦਾ ਕੰਮ ਕੀ ਹੈ? ਨਥਿੰਗ। ਮਤਲਬ ਕਿ ਪਾਲਿਸੀ ਮੇਕਿੰਗ ਦੇ ਵਿੱਚ ਵੀ ਵਿਮਨ ਕਮਿਸ਼ਨ ਕੋਈ ਕੰਮ ਨਹੀਂ ਕਰ ਰਿਹਾ ਔਰ ਚੁਣ ਕੇ ਮੁੱਦੇ ਲੈ ਕੇ ਆਉਂਦਾ। ਉਹ ਮੁੱਦੇ ਚੁਣੇ ਜਾਂਦੇ ਆ, ਮੈਨੂੰ ਐਵੇਂ ਲੱਗਦਾ ਕਿ ਜਿਨ੍ਹਾਂ ਦੇ ਵਿੱਚ ਮਹਿਲਾ ਕਮਿਸ਼ਨਰ ਨੂੰ
ਪਬਲਿਸਿਟੀ ਮਿਲਦੀ ਹੈ। ਇੱਥੋਂ ਹੀ ਆਪਣਾ ਚੌਥਾ ਪੁਆਇੰਟ ਆਉਂਦਾ ਹੈ ਕਿ ਜਿਹੜੇ ਪੰਜਾਬ ਦੇ ਮਹਿਲਾ ਕਮਿਸ਼ਨਰ ਨੇ, ਪਹਿਲੀ ਗੱਲ ਤਾਂ ਉਹ ਸਿਆਸੀ ਪਾਰਟੀਆਂ ਨੂੰ ਬਿਲੋਂਗ ਕਰਦੇ ਨੇ ਸਿੱਧੇ ਜਾਂ ਸਿੱਧੇ ਤੌਰ ਤੇ, ਜੋ ਨਹੀਂ ਹੋਣਾ ਚਾਹੀਦਾ, ਔਰ ਨਾਲ ਹੀ ਉਹ ਆਪਣੇ ਆਪ 'ਚ ਹੀ ਇੱਕ ਕਲਟ ਲੀਡਰ ਬਣਨਾ ਚਾਹੁੰਦੇ ਨੇ। ਉਹ ਆਪਣੇ ਆਪ ਨੂੰ ਇੱਕ ਸਟਾਰ ਬਣਾ ਕੇ ਲੋਕਾਂ ਦੇ ਵਿੱਚ ਰੱਖਣਾ ਚਾਹੁੰਦੇ ਨੇ ਤਾਂ ਕਿ ਉਹ ਪਬਲਿਸਿਟੀ ਲੈ ਆਉਣ, ਔਰ ਪਬਲਿਸਿਟੀ ਲੈਣ ਦੇ ਲਈ ਹੀ ਉਹ ਉਹੀ ਮੁੱਦੇ ਚੱਕਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਪਬਲਿਸਿਟੀ ਮਿਲੇਗੀ। ਸੋ ਮਹਿਲਾ ਕਮਿਸ਼ਨਰ ਨੂੰ ਕਲਟ ਲੀਡਰ ਬਣਨ ਦੀ ਜ਼ਰੂਰਤ ਨਹੀਂ ਹੈ। ਮਹਿਲਾ ਕਮਿਸ਼ਨਰ ਦਾ ਕੰਮ ਹੈ ਔਰਤਾਂ ਲਈ ਇੱਕ ਸਿਸਟਮ ਬਣਾਉਣਾ, ਇੱਕ ਪਾਲਿਸੀ ਬਣਾਉਣਾ ਤਾਂ ਕਿ ਉਸ ਦਾਇਰੇ ਨੂੰ ਕੋਈ ਜਾਣਾ ਪਾਰ ਨਾ ਕਰ ਸਕੇ, ਕੋਈ ਵੀ ਆਰਗੇਨਾਈਜੇਸ਼ਨਸ ਉਹਨਾਂ ਦੀਆਂ ਉਲੰਘਣਾ ਨਾ ਕਰ ਸਕੇ। ਪਰ ਆਪਾਂ ਅੱਜ ਕੱਲ੍ਹ ਕੀ ਦੇਖ ਰਹੇ ਹਾਂ ਪਿਛਲੇ 1.5-2 ਸਾਲਾਂ ਤੋਂ ਕਿ ਮਹਿਲਾ ਕਮਿਸ਼ਨਰ ਹਮੇਸ਼ਾ ਹੀ ਇੱਦਾਂ ਦੇ ਮੁੱਦੇ ਪਿਕ ਕਰਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਲੋਕਾਂ ਦੇ ਵਿੱਚ ਵਾਹ-ਵਾਹ ਮਿਲੇ। ਔਰ ਪਿੱਛੇ ਮਹਿਲਾ ਆਯੋਗ ਦੇ ਦਫ਼ਤਰ ਦੇ ਵਿੱਚ ਅਗਰ ਤੁਸੀਂ ਜਾ ਕੇ ਦੇਖੋਗੇ ਤਾਂ ਲੰਬੀਆਂ ਲੰਬੀਆਂ ਲਾਈਨਾਂ ਨੇ, ਔਰਤਾਂ ਦੀਆਂ ਸ਼ਿਕਾਇਤਾਂ ਲੈ ਕੇ ਔਰਤਾਂ ਉੱਥੇ ਖੜੀਆਂ ਨੇ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੈ। ਮਹਿਲਾ ਕਮਿਸ਼ਨ ਦਾ ਇਹਦਾ ਮੇਰਾ ਕਹਿਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹਨਾਂ ਦਾ ਕੰਮ ਵਧੀਆ ਨਹੀਂ ਹੈ। ਕਈ ਪੁਆਇੰਟਸ ਤੇ ਉਹਨਾਂ ਦਾ ਕੰਮ ਵਧੀਆ ਵੀ ਹੈ, ਪਰ ਇੱਕ ਆਪਣੇ ਆਪ ਨੂੰ ਕਲਟ ਬਣਾਉਣਾ, ਇੱਕ ਆਪਣੇ ਆਪ ਨੂੰ ਬਹੁਤ ਪ੍ਰਸਿੱਧ ਬਣਾਉਣ ਦੀ ਕੋਸ਼ਿਸ਼ ਆ ਔਰਤਾਂ ਦੇ ਮੁੱਦਿਆਂ ਨੂੰ ਯੂਜ਼ ਕਰਕੇ ਕਮਿਸ਼ਨਰ ਦੇ ਚੇਅਰ ਹੋਲਡਰਸ ਦੀ, ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਮੈਂ ਮੰਨਦੀ ਹਾਂ ਕਿ ਮਹਿਲਾ ਕਮਿਸ਼ਨ ਦੇ ਕੋਲ ਫੰਡ ਦੀ ਕਮੀ ਹੈ। ਇਸ ਤੋਂ ਇਲਾਵਾ ਮੈਂ ਮੰਨਦੀ ਹਾਂ ਕਿ ਮਹਿਲਾ ਕਮਿਸ਼ਨ ਚੰਗੀ ਤਰ੍ਹਾਂ ਦੇ ਨਾਲ NGOs ਦੇ ਨਾਲ ਜੁੜ ਕੇ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਸਹੀ ਭੂਮਿਕਾ ਨਹੀਂ ਨਿਭਾ ਰਿਹਾ। ਮੈਂ ਮੰਨਦੀ ਹਾਂ ਕਿ ਜਿਹੜੇ ਮਹਿਲਾ ਕਮਿਸ਼ਨਰ ਦੀ ਚੋਣ ਹੁੰਦੀ ਹੈ, ਜੋ ਆਪਣਾ ਅਗਲਾ ਪੁਆਇੰਟ ਹੈ, ਕਿ ਉਸ ਚੋਣ ਦੇ ਵਿੱਚ ਵੀ ਸਿਆਸੀ ਪਾਰਟੀਆਂ ਧਿਆਨ ਨਹੀਂ ਰੱਖਦੀਆਂ ਕਿ ਕਿਸ ਔਰਤ ਨੂੰ ਉਸ ਅਹੁਦੇ ਤੇ ਬਿਠਾਇਆ ਜਾਵੇ। ਜਿਹੜੀ ਔਰਤ ਹੋਣੀ ਚਾਹੀਦੀ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੀ ਸੌਫਟ ਸਪੋਕਨ ਹੋਵੇ, ਜਿਹੜੀ ਸੋਚ ਸਮਝ ਦੇ ਨਾਲ, ਤਰਕ ਦੇ ਨਾਲ, ਰੈਸ਼ਨੈਲਿਟੀ ਦੇ ਨਾਲ ਫੈਸਲੇ ਲਵੇ ਐਂਡ ਬਹੁਤ ਕੁਇਕਲੀ ਮੈਟਰਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੇ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਆਪਣੇ ਭਾਰਤ ਦੇ ਇੱਦਾਂ ਦੇ ਵੀ ਵਿਮਨ ਕਮਿਸ਼ਨਰ ਰਹੇ ਨੇ ਜਿਨ੍ਹਾਂ ਨੇ ਅਗਰ ਇੱਕ ਬੰਦੇ ਨੇ ਰੇਪ ਕੀਤਾ ਇੱਕ ਕੁੜੀ ਨੂੰ ਤਾਂ ਉਹਦੇ ਨਾਲ ਵਿਆਹ ਕਰਾਉਣ ਨੂੰ ਆਪਣੀ ਕਾਮਯਾਬੀ ਮੰਨਿਆ। ਉਹਨਾਂ ਨੇ ਕਿਹਾ ਕਿ ਅਸੀਂ ਸੈਟਲਮੈਂਟ ਕਰਾ ਦਿੱਤੀ ਦੋਨਾਂ ਦੀ। ਕਿੱਥੇ ਉਹ ਬੰਦੇ ਨੇ ਰੇਪ ਕੀਤਾ ਉਸ ਔਰਤ ਦੀ ਮਰਜ਼ੀ ਦੇ ਖਿਲਾਫ, ਔਰ ਕਿੱਥੇ ਉਹਨਾਂ ਦਾ ਵਿਆਹ ਕਰਾ ਕੇ ਆਪਣੇ ਭਾਰਤ ਦੇ ਇੱਕ ਮਹਿਲਾ ਕਮਿਸ਼ਨਰ ਨੇ ਵੀ ਕਿਹਾ ਕਿ ਇਹ ਤਾਂ ਸਾਡੀ ਕਾਮਯਾਬੀ ਆ, ਅਸੀਂ ਇਹਨਾਂ ਦੀ ਸੈਟਲਮੈਂਟ ਕਰਵਾ ਦਿੱਤੀ। ਸੋ ਆਪਣੇ ਜਿਹੜੇ ਮਹਿਲਾ ਕਮਿਸ਼ਨਰ ਹੋਣੇ ਚਾਹੀਦੇ ਆ ਉਹ ਬਹੁਤ ਐਡਵਾਂਸਡ ਸੋਚ ਰੱਖਣ ਵਾਲੇ ਹੋਣੇ ਚਾਹੀਦੇ ਆ, ਸੌਫਟ ਸਪੋਕਨ, ਰੈਸ਼ਨਲ, ਸਿਧਾਂਤਾਂ ਤੇ ਚੱਲਣ ਵਾਲੇ, ਗੱਲਾਂ ਘੱਟ ਤੇ ਕੰਮ ਜ਼ਿਆਦਾ ਕਰਨ ਵਾਲੇ ਹੋਣੇ ਚਾਹੀਦੇ ਆ, ਕਿਉਂਕਿ ਔਰਤਾਂ ਦੇ ਸਸ਼ਕਤੀਕਰਨ ਦੀ ਜ਼ਰੂਰਤ ਪੰਜਾਬ ਨੂੰ ਬਹੁਤ ਬਹੁਤ ਜ਼ਿਆਦਾ ਆ। ਔਰ ਇਹਦੇ ਲਈ ਆਪਾਂ ਅਗਰ ਸੋਚੀਏ ਕਿ ਸਰਕਾਰ ਕੁਝ ਕਰੇਗੀ ਤਾਂ ਨਹੀਂ। ਸਰਕਾਰ ਨੇ ਮਹਿਲਾ ਕਮਿਸ਼ਨ ਬਣਾਇਆ, ਮਹਿਲਾ ਕਮਿਸ਼ਨ ਦਾ ਪ੍ਰੈਸ਼ਰ ਸਰਕਾਰ ਤੇ ਹੋਣਾ ਚਾਹੀਦਾ ਹੈ ਕਿ ਔਰਤਾਂ ਦੇ ਲਈ ਪਾਲਿਸੀਆਂ ਬਣਾਉਣ। ਜਿਵੇਂ ਕਿ ਔਰਤਾਂ ਦੀ ਜਿਹੜਾ ਨੰਬਰ ਹੈ ਉਹ ਆਪਣੀ ਵਿਧਾਨ ਸਭਾ ਤੋਂ ਲੈ ਕੇ ਤੁਸੀਂ ਆਪਣੇ ਆਲੇ ਦੁਆਲੇ ਦੀ ਕੋਈ ਫੈਕਟਰੀ 'ਚ ਨਿਗਾਹ ਮਾਰ ਲਓ, ਕੋਈ ਇੰਸਟੀਟਿਊਸ਼ਨ 'ਚ ਨਿਗਾਹ ਮਾਰ ਲਓ, ਹਰ ਥਾਂ ਤੇ ਘੱਟ ਹੈ। ਜੌਬ ਦੇਣ ਲੱਗੇ ਵੀ ਤਨਖਾਹ ਦੇ ਵਿੱਚ ਵੀ ਵਿਤਕਰਾ ਔਰਤਾਂ ਨੂੰ ਫੀਲ ਕਰਨਾ ਪੈਂਦਾ। ਆਪਣੀਆਂ ਮੈਜੋਰਿਟੀ ਆਫ ਔਰਤਾਂ ਘਰਾਂ ਦੇ ਵਿੱਚ ਵਿਹਲੀਆਂ ਬੈਠੀਆਂ ਨੇ, ਉਹਨਾਂ ਦੇ ਲਈ ਉਹਨਾਂ ਦੇ ਕੋਲ ਕੋਈ ਕੰਮਕਾਰ ਨਹੀਂ ਹੈ ਔਰ ਉਹਨਾਂ ਦੇ ਕੋਲ ਆਰਥਿਕ ਆਜ਼ਾਦੀ ਨਹੀਂ ਹੈ, ਉਹਨਾਂ ਦੀ ਜੇਬ 'ਚ ਆਪਣਾ ਕਮਾਇਆ ਹੋਇਆ ਉਹਨਾਂ ਦਾ ਪੈਸਾ ਨਹੀਂ ਹੈ। ਸੋ ਮੋਸਟ ਆਫ ਔਰਤਾਂ ਆਰਥਿਕ ਤੌਰ ਤੇ ਆਪਣੇ ਪੰਜਾਬ ਦੀਆਂ ਗੁਲਾਮ ਨੇ। ਸੋ ਉਹਨਾਂ ਨੂੰ ਸਸ਼ਕਤ, ਇੰਪਾਵਰਡ, ਅਪਲਿਫਟ ਕਰਨ ਦੇ ਲਈ ਮਹਿਲਾ ਕਮਿਸ਼ਨ ਨੂੰ ਟਰੂ ਸੈਂਸ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਇਹ ਸਾਰੇ ਪੁਆਇੰਟ ਸੁਣ ਕੇ ਲੱਗਦਾ ਤਾਂ ਐਵੇਂ ਹੈ ਕਿ ਜਿਹੜੀ ਵਿਮਨ ਕਮਿਸ਼ਨ ਆ ਉਹ ਇੱਕ ਲੂਮਿੰਗ ਬਟ ਯੂਜ਼ਲੈਸ ਬੋਡੀ ਹੈ, ਪਰ ਐਦਾਂ ਨਹੀਂ ਆ। ਵਿਮਨ ਕਮਿਸ਼ਨ ਦਾ ਹੋਣਾ ਆਪਣੇ ਸਮਾਜ ਲਈ ਜ਼ਰੂਰੀ ਕਿਉਂ ਆ? ਕਿਉਂਕਿ ਵਿਮਨ ਕਮਿਸ਼ਨਰ ਦੇ ਕੋਲ ਪਾਵਰ ਹੈ ਸੂਓ ਮੋਟੋ ਨੋਟਿਸ ਲੈਣ ਦੀ, ਔਰ ਸੂਓ ਮੋਟੋ ਨੋਟਿਸ ਲਿਆ ਜਾ ਸਕਦਾ। ਬਹੁਤ ਜ਼ਿਆਦਾ ਮੁੱਦੇ ਪੰਜਾਬ ਦੇ ਐਦਾਂ ਨੇ ਜਿੱਥੇ ਜ਼ਰੂਰਤ ਹੈ ਆਪਣੇ ਆਪ ਹੀ ਨੋਟਿਸ ਲੈਣ ਦੀ। ਜਿਵੇਂ ਕਿ ਹੁਣ ਰੀਸੈਂਟਲੀ ਆਪਾਂ ਦੇਖਦੇ ਹਾਂ ਕਿ ਕਈ ਗਾਣਿਆਂ ਦੇ ਵਿੱਚ ਔਰਤਾਂ ਦੇ ਲਈ ਬਹੁਤ ਗਲਤ ਸ਼ਬਦ ਵਰਤੇ ਜਾਂਦੇ ਆ। ਕਈ ਥਾਵਾਂ ਦੇ ਉੱਤੇ ਔਰਤਾਂ ਦੀ ਕੁੱਟਮਾਰ ਦੀ ਵੀਡੀਓਜ਼ ਜਿਹੜੀਆਂ ਆ ਉਹ ਵਾਇਰਲ ਹੁੰਦੀਆਂ ਨੇ। ਕਈ ਥਾਵਾਂ ਤੇ ਔਰਤਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਨੇ। ਕਈ ਥਾਵਾਂ ਤੇ ਔਰਤਾਂ ਨਸ਼ੇ ਦੇ ਵਿੱਚ ਧੁੱਤ ਹੋਈਆਂ, ਜਿਹੜਾ ਚਿੱਟਾ ਵਗੈਰਾ ਨਸ਼ਾ ਆ ਉਹਦੇ ਵਿੱਚ ਧੁੱਤ ਹੋਈਆਂ, ਉਹਨਾਂ ਨੂੰ ਸਮਝ ਨਹੀਂ ਆ ਰਹੀ, ਉਹ ਅਨਕੌਂਸ਼ੀਅਸ ਆ ਸੌਟ ਆਫ, ਔਰ ਨਸ਼ਾ ਮੰਗਦੀਆਂ ਫਿਰਦੀਆਂ ਨੇ। ਇਹੋ ਜਿਹੇ ਮੁੱਦਿਆਂ ਦੇ ਵਿੱਚ ਮਹਿਲਾ ਕਮਿਸ਼ਨ ਆਪਣੇ ਆਧਾਰ ਤੇ ਨੋਟਿਸ ਲੈ ਕੇ ਔਰਤਾਂ ਦੀ ਜ਼ਿੰਦਗੀ ਬਚਾ ਸਕਦੀ ਹੈ, ਉਹਨਾਂ 'ਚ ਸੁਧਾਰ ਕਰ ਸਕਦੀ ਹੈ। ਇਸ ਕਰਕੇ ਵਿਮਨ ਕਮਿਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਰ ਵਿਮਨ ਕਮਿਸ਼ਨ ਦੇ ਵਿੱਚ ਇੱਕ ਵਿਮਨ ਕਮਿਸ਼ਨਰ ਇੱਦਾਂ ਦੇ ਹੋਣੇ ਚਾਹੀਦੇ ਆ ਕਿ ਜਿਨ੍ਹਾਂ ਤੇ ਪੂਰੀਆਂ ਔਰਤਾਂ, ਪੂਰੇ ਉਸ ਸੂਬੇ ਦੀਆਂ ਔਰਤਾਂ, ਜਿਵੇਂ ਪੰਜਾਬ ਦੀਆਂ ਔਰਤਾਂ ਭਰੋਸਾ ਕਰ ਸਕਣ, ਅੱਖਾਂ ਬੰਦ ਕਰਕੇ ਭਰੋਸਾ ਕਰ ਸਕਣ ਔਰ ਉਹਨਾਂ ਨੂੰ ਆਪਣਾ ਲੀਡਰ ਮੰਨਣ। ਥੈਂਕ ਯੂ ਸੋ ਮਚ ਫॉर ਵਾਚਿੰਗ।